ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪਿਛਲੇ ਕੁਝ ਕਲਾਸਾਂ ਤੋਂ ਅਸੀਂ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰਦੇ ਆ ਰਹੇ ਹਾਂ। ਕੱਲ ਤੱਕ ਅਸੀਂ ਸ਼ਲੋਕ ਨੰਬਰ 31 ਤੱਕ ਦੀ ਵਿਚਾਰ ਕੀਤੀ ਸੀ। ਉਸ ਤੋਂ ਅੱਗੇ ਅੱਜ 32 ਨੰਬਰ ਸ਼ਲੋਕ ਤੋਂ ਵਿਚਾਰ ਨੂੰ ਕੰਟੀਨਿਊ ਕਰਾਂਗੇ। तो आओ पहला श्लोक नंबर 32 का पाठ कर लेंगे। हाँ, सुख में बहु संगी भये, दुख में संग न कोय, ओ नानक हर भज मना अंत सहाई होए। एक चीज तो आप सबने नोटिस की होएगी कि इन्हां श्लोकां दी शब्दावली बहुत ही सरल है और अज दी बोली दे नाल काफी नेड़े है और ज्यादातर इन्हां च हिंदुस्तानी बोली दी झलक पैंदी है। तो समझने च कुछ ज़्यादा ਇਹਦੇ ਵਿੱਚ ਦਿੱਕਤ ਹੁੰਦੀ नहीं है। ਇਨਫੈਕਟ ਬਹੁਤ ਸਾਰੇ ਕਈ ਜਿਹੜੇ ਨੌਨ ਸਿੱਖ ਵੀ ਇਹਨਾਂ ਸ਼ਲੋਕਾਂ ਨੂੰ ਦਾ ਅਗਰ ਪਾਠ ਕਰਦੇ ਹਨ ਜਾਂ ਸੁਣਦੇ ਹਨ ਤਾਂ ਉਹ ਵੀ ਇਹ ਮਹਿਸੂਸ ਕਰਦੇ ਹਨ ਕਿ ਵੀ ਇਹਨਾਂ ਨੂੰ ਸਮਝਣਾ ਕਾਫੀ ਸੌਖਾ ਹੁੰਦਾ ਹੈ। ਸੋ ਇਸ ਸ਼ਲੋਕ ਵਿੱਚ ਵੀ ਜੋ ਗੱਲ ਗੁਰੂ ਸਾਹਿਬ ਨੇ ਇੱਥੇ ਸ਼ੁਰੂ ਕੀਤੀ ਹੈ ਕਿ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਹੈ ਇੱਕ ਬੜੀ ਐਸੀ ਸੱਚਾਈ ਹੈ ਜਿਸ ਤੋਂ ਅਸੀਂ ਸਾਰੇ ਹੀ ਵਾਕਿਫ ਹਾਂ ਕਿ ਜਦੋਂ ਇਨਸਾਨ ਦਾ ਸਮਾਂ ਚੰਗਾ ਚੱਲ ਰਿਹਾ ਹੁੰਦਾ ਹੈ, ਜਦੋਂ ਉਹ ਸਮਾਜਿਕ ਤੌਰ ਦੇ ਉੱਤੇ ਚੰਗੇ ਹਾਲਾਤ ਵਿੱਚ ਹੁੰਦਾ ਹੈ ਤਾਂ ਦੋਸਤ ਮਿੱਤਰ ਉਹਦੇ ਬਹੁਤ ਜ਼ਿਆਦਾ ਬਣ ਜਾਂਦੇ ਹਨ। ਰਿਸ਼ਤੇਦਾਰ ਵੀ ਉਹਦੇ ਨਾਲ ਮੇਲ ਜੋਲ ਵਧਾ ਕੇ ਰੱਖਦੇ ਹਨ। ਖਾਸ ਤੌਰ ਤੇ ਜੇ ਕੋਈ ਇਨਸਾਨ ਕਿਸੇ ਚੰਗੀ ਪੋਜੀਸ਼ਨ ਤੇ ਲੱਗਾ ਹੋਵੇ ਜਾਂ ਉਹਦੇ ਜਾਣ ਪਛਾਣ ਕਿਸੇ ਐਸੇ ਲੋਕਾਂ ਦੇ ਨਾਲ ਹੋਵੇ ਜਿਹੜੇ ਰਾਜਨੀਤੀ ਦੇ ਵਿੱਚ ਹੋਣ ਜਾਂ ਜਿਨ੍ਹਾਂ ਦਾ ਕੋਈ ਕਿਸੇ ਪੋਜੀਸ਼ਨ ਦੇ ਵਾਲੇ ਬੰਦਿਆਂ ਦੇ ਨਾਲ ਮੇਲ ਜੋਲ ਹੋਵੇ, ਜਿੱਥੋਂ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਵੀ ਇਸ ਬੰਦੇ ਦੇ ਨਾਲ ਜਾਣ ਪਛਾਣ ਰੱਖਾਂਗੇ ਤੇ ਸਾਡਾ ਕੋਈ ਕੰਮ ਸੌਰ ਜਾਏਗਾ। ਉਹ ਐਸੇ ਲੋਕਾਂ ਦੇ ਨਾਲ ਉਹਨਾਂ ਦੇ ਜਾਣ ਪਛਾਣ ਵਾਲੇ ਬਹੁਤੇ ਬਣ ਜਾਂਦੇ ਹਨ, ਦੋਸਤ ਮਿੱਤਰ ਵੀ ਬਣ ਜਾਂਦੇ ਹਨ, ਰਿਸ਼ਤੇਦਾਰ ਵੀ ਮੇਲ ਜੋਲ ਬਣਾਈ ਰੱਖਦੇ ਹਨ। ਪਰ ਜੇ ਕਿਸੇ ਦੇ ਹਾਲਾਤ ਮਾੜੇ ਹੋ ਜਾਣ, ਪੈਸੇ ਵੱਲੋਂ ਹੱਥ ਤੰਗ ਹੋ ਜਾਵੇ ਜਾਂ ਸਮਾਜਿਕ ਰੁਤਬੇ 'ਚ ਕੋਈ ਕਮੀ ਆ ਜਾਵੇ ਤਾਂ ਫਿਰ ਜਿਹੜੇ ਨਿਤ ਦਿਹਾੜੇ ਦੇ ਮਿਲਣ ਗਿਲਣ ਵਾਲੇ ਸੀਗੇ ਉਹ ਦੁਆ ਸਲਾਮ ਤੋਂ ਵੀ ਜਾਂਦੇ ਰਹਿੰਦੇ ਹਨ ਔਰ ਇਹ ਹਰ ਕਿਸੇ ਦੇ ਨਾਲ ਜ਼ਿੰਦਗੀ 'ਚ ਵਾਪਰਦਾ ਹੈ। ਖਾਸ ਤੌਰ ਤੇ ਜਿਹੜੇ ਸਰਕਾਰੀ ਪੋਜੀਸ਼ਨਾਂ ਦੇ ਉੱਤੇ ਜਾਂ ਰਾਜਨੀਤਿਕ ਪਦਵੀਆਂ ਦੇ ਉੱਤੇ ਕਾਇਮ ਹੁੰਦੇ ਰਹੇ ਹਨ ਤੇ ਜਦੋਂ ਉਹ ਫਿਰ ਇਲੈਕਸ਼ਨ ਹਾਰ ਜਾਂਦੇ ਹਨ ਜਾਂ ਪਦਵੀ ਤੋਂ ਰਿਟਾਇਰ ਹੋ ਜਾਂਦੇ ਹਨ ਤਾਂ ਫਿਰ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ ਕਿ ਵੀ ਜਿਹੜੀ ਸਰਕਾਰੀ ਸਹੂਲਤਾਂ ਸੀਗੀਆਂ ਉਹ ਤਾਂ ਖਤਮ ਹੋਈਆਂ ਹੀ ਹੋਈਆਂ ਨੇ। ਮਿਲਣ ਗਿਲਣ ਵਾਲੇ ਜਿਹੜੇ ਨੇ ਉਹ ਵੀ ਕੰਨੀ ਕਤਰਾਉਣ ਲੱਗ ਪੈਂਦੇ ਨੇ ਤੇ ਹੁਣ ਜੇ ਉਹਨਾਂ ਨੂੰ ਕਿਧਰੇ ਜ਼ਰੂਰਤ ਪੈਂਦੀ ਹੈ ਤੇ ਉਹ ਕਿਸੇ ਨੂੰ ਸਵਾਲ ਪਾਉਂਦੇ ਹਨ ਤੇ ਅੱਗੋਂ ਕੋਈ ਰਿਸਪੌਂਸ ਨਹੀਂ ਮਿਲਦਾ। तो इस अटल सच्चाई ਨੂੰ ਗੁਰੂ ਸਾਹਿਬ ਨੇ ਬੜੇ ਸਿੰਪਲ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਹੈ ਕਿ ਸੁਖ ਮੈਂ ਬਹੁ ਸੰਗੀ ਪਏ। ਸੰਗੀ ਤੋਂ ਭਾਵ ਹੈ ਜਿਹੜੇ ਸਾਥ ਰਹਿੰਦੇ ਹਨ, ਜਿਹੜੇ ਰਹਿੰਦੇ ਹਨ, ਮਿਲਦੇ ਜੁਲਦੇ ਹਨ। ਦੁੱਖ ਮੈਂ ਸੰਗ ਨਾ ਕੋਏ, ਤੇ ਜਦੋਂ ਦੁੱਖ ਦੀ ਅਵਸਥਾ ਆਉਂਦੀ ਹੈ, ਜਦੋਂ ਸਮਾਜਿਕ ਤੌਰ ਤੇ ਰੁਤਬਾ ਘਟ ਜਾਂਦਾ ਹੈ ਜਾਂ ਧਨ ਦੌਲਤ ਵੱਲੋਂ ਕਮੀ ਆ ਜਾਂਦੀ ਹੈ ਤਾਂ ਲੋਕ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਨ। ਕਿਤੇ ਮੰਗ ਹੀ ਨਾ ਕੁਛ ਲਵੇ, ਕਿਤੇ ਪੈਸੇ ਦੀ ਮੰਗ ਨਾ ਕਰ ਲਵੇ, ਕੋਈ ਸਵਾਲ ਨਾ ਪਾ ਦੇਵੇ ਤੇ ਲੋਕੀ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਨ। ਔਰ ਨਿਰੇ ਇਹ ਨਹੀਂ ਹੈ ਕਿ ਵਾਕਫ ਚਾਕਫ ਜਾਂ ਗੁਆਂਢੀ ਜਾਂ ਦੋਸਤ ਮਿੱਤਰ ਹੀ ਇਸ ਤਰੀਕੇ ਦਾ ਬਿਹੇਵ ਕਰਦੇ ਹਨ। ਰਿਸ਼ਤੇਦਾਰੀ ਦੇ ਵਿੱਚ ਵੀ ਬਹੁਤ ਲੋਕ ਇਸ ਤਰੀਕੇ ਦਾ ਹੀ ਬਿਹੇਵ ਕਰਦੇ ਹਨ ਕਿ ਉਹ ਫਿਰ ਆਪਣੇ ਫੰਕਸ਼ਨਾਂ ਤੇ ਬੁਲਾਣਾ, ਮਿਲਣਾ ਗਿਲਣਾ ਸਭ ਕੁਝ ਘਟਾ ਦਿੰਦੇ ਹਨ। तो इस सच्चाई तो दुनियादारी वाले लोग भी चंगी तरह वाकफ ਹੁੰਦੇ ਹਨ ਕਿਉਂਕਿ ਆਪਣੇ ਆਲੇ ਦੁਆਲੇ ਇਹ ਕੁਝ ਹੁੰਦਾ ਵੇਖਦੇ ਹੀ ਹਨ ਤੇ ਜਿਹੜੇ ਆਪ ਇਸ ਚੱਕਰ ਦੇ ਵਿੱਚੋਂ ਲੰਘਦੇ ਹਨ ਉਹਨਾਂ ਨੂੰ ਤਾਂ ਫਿਰ ਜ਼ਾਤੀ ਤੌਰ ਤੇ ਤਜਰਬਾ ਵੀ ਹੋ ਜਾਂਦਾ ਹੈ। ਸੋ ਇਸ ਚੀਜ਼ ਦਾ ਇਲਾਜ ਕੀ ਹੈ ਕਿ ਜਦੋਂ ਬੰਦੇ ਨੂੰ ਵਡੇਰੀ ਉਮਰ ਵਿੱਚ ਜਾ ਕੇ ਜ਼ਰੂਰਤ ਪੈਂਦੀ ਹੈ, ਜਦੋਂ ਕਿਸੇ ਦੇ ਸਹਾਰੇ ਦੀ ਲੋੜ ਹੁੰਦੀ ਹੈ, ਉਦੋਂ ਹੀ ਸਹਾਰਾ ਦੇਣ ਵਾਲੇ ਨੇੜੇ ਨਹੀਂ ਟੁਕਦੇ। ਤਾਂ ਫਿਰ ਕੀ ਕੀਤਾ ਜਾਏ? ਉਸ ਅੰਤ ਸਮਾਂ ਜਦੋਂ ਨੇੜੇ ਆਉਂਦਾ ਹੈ ਜਾਂ ਬੁਢੇਪੇ ਦਾ ਸਮਾਂ ਆਉਂਦਾ ਹੈ
ਉਦੋਂ ਜਦੋਂ ਕਿਸੇ ਸਹਾਈ ਦੀ ਲੋੜ ਹੁੰਦੀ ਹੈ, ਕਿਸੇ ਸੰਗੀ ਦੀ ਲੋੜ ਹੁੰਦੀ ਹੈ, ਤਾਂ ਫਿਰ ਬੰਦਾ ਕਿਹਦੇ ਵੱਲ ਆਸ ਰੱਖੇ, ਕਿਹਦੇ ਵੱਲ ਨਜ਼ਰ ਮਾਰੇ। ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਸ਼ਲੋਕ ਦੀ ਦੂਜੀ ਪੰਕਤੀ ਵਿੱਚ ਫਿਰ ਇਹ ਗੱਲ ਸਮਝਾਉਂਦੇ ਹਨ, ਕੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਹਰੀ ਦਾ ਭਜਨ ਕਰ ਰਹੇ ਮੇਰੇ ਮਨ, ਕਿਉਂਕਿ ਇੱਕ ਉਹੀ ਅਕਾਲ ਪੁਰਖ ਹੀ ਹੈ ਜੋ ਹਰ ਸਮੇਂ ਸਹਾਈ ਹੁੰਦਾ ਹੈ ਔਰ ਅੰਤ ਸਮੇਂ ਵੀ ਸਹਾਈ ਹੁੰਦਾ ਹੈ। ਇਹ ਨਹੀਂ ਹੈ ਕਿ ਵੀ ਅਕਾਲ ਪੁਰਖ ਸਿਰਫ ਅੰਤ ਵੇਲੇ ਸਹਾਈ ਹੁੰਦਾ ਹੈ। ਅਕਾਲ ਪੁਰਖ ਦਾ ਤਾਂ ਇਹ ਬਿਰਧ ਹੈ ਕਿ ਜੋ ਵੀ ਉਹਦੀ ਸ਼ਰਨ ਚ ਆਉਂਦਾ ਹੈ ਉਸਨੂੰ ਉਹ ਕੰਠ ਨਾਲ ਲਗਾ ਲੈਂਦਾ। ਜੋ ਸ਼ਰਨ ਆਵੇ ਇਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਸ ਮਾਲਕ ਦਾ ਤਾਂ ਇਹ ਬਿਰਧ ਹੀ ਹੈ, ਸੁਭਾਅ ਹੀ ਹੈ ਕਿ ਜੋ ਵੀ ਉਹਦੀ ਸ਼ਰਨ ਵਿੱਚ ਆਉਂਦਾ ਹੈ ਉਹ ਉਸ ਦਾ ਭਲਾ ਹੀ ਕਰਦਾ ਹੈ, ਉਸ ਦੀ ਸਹਾਇਤਾ ਵੀ ਕਰਦਾ ਹੈ, ਉਹਨੂੰ ਆਪਣੇ ਗਲੇ ਨਾਲ ਲਾਉਂਦਾ ਹੈ, ਭਾਵ ਹਰ ਪਾਸਿਓਂ ਉਸਦੇ ਕੰਮ ਆਉਂਦਾ ਹੈ। ਉਹ ਐਸੇ ਸਮੇਂ ਜਦੋਂ ਦੁਨਿਆਵੀ ਲੋਕ ਸਾਥ ਛੱਡ ਜਾਂਦੇ ਹਨ ਤਾਂ ਕੌਣ ਸਹਾਈ ਹੋਏਗਾ। ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਸੁਜੈਸ਼ਨ ਦਿੰਦੇ ਹਨ ਕਿ ਫਿਰ ਉਸੇ ਤੋਂ ਹੀ ਧਿਆਨ ਧਰੋ, ਉਸੇ ਦੇ ਨਾਲ ਰਿਸ਼ਤਾ ਜੋੜੋ ਜਿਹੜਾ ਹਰ ਸਮੇਂ ਸਹਾਈ ਹੋਵੇ। ਜਦੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਸਮਾਂ ਵਧੀਆ ਲੰਘ ਰਿਹਾ ਹੈ ਉਦੋਂ ਤਾਂ ਉਹ ਸਹਾਇਤਾ ਕਰਦਾ ਹੀ ਕਰਦਾ ਹੈ, ਦੁੱਖ ਵੇਲੇ ਵੀ ਔਰ ਜ਼ਿੰਦਗੀ ਦੇ ਅੰਤ ਵੇਲੇ ਜਦੋਂ ਬਾਕੀ ਸਾਰੇ ਵੀ ਸਾਥ ਛੱਡ ਜਾਂਦੇ ਹਨ ਉਦੋਂ ਵੀ ਉਹ ਸਹਾਇਤਾ ਕਰਦਾ ਹੈ, ਹਰ ਵੇਲੇ ਸਾਥ ਰਹਿੰਦਾ ਹੈ। तो इस श्लोक ਦੇ ਵਿੱਚ ਜੋ ਇਹ ਜ਼ਿੰਦਗੀ ਦੀ ਇੱਕ ਅਟਲ ਸੱਚਾਈ ਹੈ ਉਹ ਗੁਰੂ ਸਾਹਿਬ ਨੇ ਸਮਝਾਈ ਹੈ ਕਿ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨ ਕੋਏ। ਇਹ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਦੁਨਿਆਵੀ ਰਿਸ਼ਤੇਦਾਰ ਨੇ, ਜੋ ਦੁਨਿਆਵੀ ਸਾਥ ਸੰਬੰਧੀ ਨੇ, ਸਾਡੇ ਮਿਲਣ ਗਿਲਣ ਵਾਲੇ ਨੇ, ਉਹ ਕੋਈ ਸੰਗ ਨਹੀਂ ਹੁੰਦੇ। ਪਰ ਸੰਗ ਰਹਿੰਦਾ ਹੈ ਤੇ ਕੇਵਲ ਅਕਾਲ ਪੁਰਖ। ਤਾਂ ਉਸੇ ਵੱਲ ਧਿਆਨ ਦਿਵਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ, ਕਹੋ ਨਾਨਕ ਹਰ ਭਜ ਮਨਾ अंत सहाई हुए। केवल एक वाहिगुरु ही है जो अंत समय भी सहायता करता है, जो सारी जिंदगी साथ देता है और अंत समय भी सहायता करता है। अगले श्लोक विच गुरु साहब फरमाते हैं कि जन्म जन्म भरमत फिरियो, मिटियो न जम को त्रास, कहो नानक हर भज मना निरभै पावै बास। कि जन्मां जन्मांतरा तो तू भटकदा फिरदा आ रहा है, पर तेरा जम दा त्रास, जम दा डर तेरा खत्म नहीं होया। ਇੱਥੇ ਹੁਣ ਮੈਨੂੰ ਇਹਦੇ ਹੋਰ ਕੋਈ ਅਰਥ ਨਹੀਂ ਸਮਝ ਆਉਂਦੇ ਸਿਵਾਏ ਇਸ ਦੇ ਕਿ ਬਈ ਇੱਥੇ ਵੱਖੋ ਵੱਖਰੇ ਬਹੁਤੇ ਜਨਮਾਂ ਦੀ ਗੱਲ ਹੋ ਰਹੀ ਹੈ। ਜਿਹੜੇ ਲੋਕੀ ਅੱਜ ਕੱਲ ਦੇ ਕਈ ਮਾਡਰਨ ਵਿਦਵਾਨ, ਨਵੇਂ ਵਿਦਵਾਨ ਇਸ ਫਿਲਾਸਫੀ ਦੇ ਧਾਰਨੀ ਬਣ ਗਏ ਹਨ ਕਿ ਬਸ ਇੱਕੋ ਹੀ ਜਨਮ ਹੈ, ਹੋਰ ਕੋਈ ਨਾ ਪਹਿਲਾ ਜਨਮ ਸੀ ਤੇ ਨਾ ਅਗਲਾ ਕੋਈ ਜਨਮ ਹੋਏਗਾ। ਤਾਂ ਉਹ ਐਸੀ ਸਿੱਧੀ ਸਿੱਧੀ ਸ਼ਬਦਾਵਲੀ ਨੂੰ ਵੀ ਘੁਮਾ ਫਿਰਾ ਕੇ ਫਿਰ ਇੱਕੋ ਜਨਮ ਦੇ ਅੰਦਰ ਵੱਖ-ਵੱਖ ਜਨਮਾਂ ਨੂੰ, ਵੱਖ-ਵੱਖ ਜੂਨੀਆਂ ਨੂੰ ਜ਼ਬਰਦਸਤੀ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਬੰਦਾ ਹੀ ਇਸੇ ਜਨਮ ਦੇ ਅੰਦਰ ਇਨਸਾਨ ਹੀ ਹਾਥੀ, ਕੁੱਤਾ, ਸੂਰ, ਇਹ ਉਹ ਖੋਤਾ, ਸਭ ਤਰ੍ਹਾਂ ਦੀ ਜੂਨੀਆਂ ਉਹ ਇਸੇ ਜਨਮ ਵਿੱਚ ਹੀ ਭੋਗਦਾ ਹੈ, ਜੋ ਸਾਡੀ ਸਮਝ ਵਿੱਚ ਤਾਂ ਫਿੱਟ ਬੈਠਦੀ ਨਹੀਂ ਹੈ ਗੱਲ। ਸਾਨੂੰ ਤਾਂ ਸਿੱਧੇ ਸਿੱਧੇ ਅਰਥ ਸਮਝ ਆਉਂਦੇ ਹਨ ਕਿ ਜੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਜਨਮ ਜਨਮ ਭਰਮਤ ਫਿਰਿਓ, ਤਾਂ ਇਹਦਾ ਭਾਵ ਇਹੀ ਹੈ ਕਿ ਅਨੇਕਾਂ ਜਨਮਾਂ ਦੀ ਗੱਲ ਹੋ ਰਹੀ ਹੈ ਔਰ ਇਹ ਮਨੁੱਖਾ ਜਨਮ ਤੋਂ ਪਹਿਲੇ ਦੀ ਹਾਲਾਤ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਸ ਮਨੁੱਖਾ ਜੂਨੀ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਅਨੇਕਾਂ ਜਨਮਾਂ ਤੋਂ ਵਿੱਚ ਭਟਕਦਾ ਭਟਕਦਾ ਇਨਸਾਨ ਆਇਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਉਹਦੇ ਵਿੱਚ ਕੋਈ ਇਨਸਾਨ ਦਾ ਜਨਮ ਹੋਰ ਨਾ ਰਿਹਾ ਹੋਵੇ। ਇਹ ਵੀ ਮੁਮਕਿਨ ਹੈ ਕਿ ਇਸ ਇਨਸਾਨ ਦੇ ਜਨਮ ਵਿੱਚ ਲੈਣ ਤੋਂ ਪਹਿਲਾਂ ਵੀ ਕੋਈ ਇਨਸਾਨ ਦਾ ਹੀ ਜਨਮ ਮਿਲਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਹ ਪਹਿਲੀ ਵਾਰੀ ਮਿਲਿਆ ਹੋਵੇ ਤੇ ਇਸ ਤੋਂ ਪਹਿਲਾਂ ਦੂਜੀਆਂ ਦੁਨੀਆਂ ਦੇ ਵਿੱਚ ਜਨਮ ਮਿਲਿਆ ਹੋਵੇ, ਪਰ ਗੱਲ ਅਨੇਕਾਂ ਜਨਮਾਂ ਦੀ ਹੋ ਰਹੀ ਹੈ। ਸੋ ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਅਨੇਕਾਂ ਜਨਮਾਂ ਵਿੱਚ ਭਰਮਣ ਤੋਂ ਬਾਅਦ ਵੀ ਜਨਮ ਜੰਮਿਆ ਮਰਿਆ, ਜੰਮਿਆ ਮਰਿਆ, ਇਹ ਜੰਮ ਦਾ ਤਰਾਸ, ਇਹ ਜੰਮ ਦਾ ਡਰ ਜਿਹੜਾ ਹੈ ਨਾ, ਇਹ ਅੰਦਰੋਂ ਜਾਂਦਾ ਨਹੀਂ ਹੈ। ਇਹ ਬੰਦੇ ਨੂੰ ਉਹਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਪਾ ਕੇ ਰੱਖਦਾ ਹੈ, ਉਹਦੀ ਸੋਚ ਵਿੱਚ ਇਹ ਹਮੇਸ਼ਾ ਦਬਾਅ ਰਹਿੰਦਾ ਹੈ ਔਰ ਬੰਦਾ ਮੌਤ ਦੇ ਡਰ ਤੋਂ ਘਬਰਾਉਂਦਾ ਹੀ ਰਹਿੰਦਾ ਹੈ। ਇਹ ਜੰਮ ਦਾ ਤਰਾਸ ਹੈ ਜੋ ਹਰ ਇਨਸਾਨ ਨੂੰ
ਆਪਣੇ ਡਰ ਦੇ ਵਿੱਚ ਰੱਖਦਾ ਹੈ ਕਿ ਔਰ ਇਸੇ ਵਜ੍ਹਾ ਕਰਕੇ ਹੀ ਬਹੁਤੇ ਇਨਸਾਨ ਆਪਣੇ ਅਸੂਲਾਂ ਤੋਂ ਡੋਲ ਜਾਂਦੇ ਹਨ, ਥਿੜਕ ਜਾਂਦੇ ਹਨ ਜਦੋਂ ਮੌਤ ਸਾਹਮਣੇ ਖੜੀ ਨਜ਼ਰ ਆਉਂਦੀ ਹੈ। ਜਦੋਂ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਬਹੁਤ ਵਾਰੀ ਲੋਕ ਡਰਾਵੇ ਵਿੱਚ ਆ ਕੇ ਕਿ ਆਪਣੇ ਸਿਧਾਂਤ ਤੋਂ, ਆਪਣੇ ਅਸੂਲ ਤੋਂ ਡਗਮਗਾ ਜਾਂਦੇ ਨੇ, ਆਪਣੀ ਸੋਚ ਨੂੰ ਬਦਲ ਲੈਂਦੇ ਨੇ। तो ये एक बड़ी मनुखा जीवन की असलीयत है कि मौत का डर इंसान के अंदर बनया रहता है। तो ये एक सच्चाई है जिस तो गुरु साहब जिहड़ा है जिहदे बारे इस श्लोक की जानकारी दे रहे हैं कि जन्म जन्म भरमत फिरियो मिटियो ना जम को त्रास। ये जन्म मरण का गेड़ अनेकों बारी बंदा भुगत चुका होया है, पर फिर भी उहदे अंदरों ये मौत का डर जिहड़ा है वो खत्म नहीं हुंदा। तो ये किवें खत्म हो सकता है, किवें इंसान जीवन जिउंदियां होया मौत तो निडर हो सकता है, मौत के डर तो खलासी पा सकता है। जिहो जी मिसाल असी गुर इतिहास के काल ते सिख इतिहास के समय के विचकार भी अनेकों सिख सूरमियां की जिंदगी विच देखी है कि जिन्हों ने किधरे भी किसी समय भी मौत के डर नूं कबूल नहीं किया। इत्थों तक के छोटे साहिबजादे जो सिर्फ 7 और 9 साल की उम्र के हैं उन्होंने भी मौत के डरावे दिते गए, पर वो अपने सिद्धांत तो अपने असूल तो जरता भर भी नहीं डोले। तो ऐसी उच्ची आत्मक अवस्था जिथे मौत का डर भी किसी को हिला ना सके, घबराहट ना पा सके, तो किवें मिलती है ਉਹਦੇ ਵੱਲ ਇਸ਼ਾਰਾ ਗੁਰੂ ਸਾਹਿਬ ਕਰ ਰਹੇ ਹਨ ਇਸ ਸ਼ਲੋਕ ਦੀ ਦੂਸਰੀ ਪੰਕਤੀ ਵਿੱਚ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਤੇ ਜੇ ਤੂੰ ਹਰੀ ਦਾ ਭਜਨ ਕਰੇ, ਪ੍ਰਭੂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਵੇਂ, ਉਹਦੇ ਨਾਲ ਗੁਨਾਹ ਦੀ ਸਾਂਝ ਪਾ ਲਵੇਂ, ਤਾਂ ਤੂੰ ਉਸ ਹਮੇਸ਼ਾ ਨਿਰਭੈ ਰਹਿਣ ਵਾਲੇ ਪ੍ਰਭੂ ਦੇ ਨਾਲ, ਕਿਉਂਕਿ ਇਹ ਨਿਰਭੈ ਉਸਦਾ ਮੂਲਕ ਗੁਣ ਹੀ ਹੈ। ਮੂਲ ਮੰਤਰ ਦੇ ਅੰਦਰ ਹੀ ਜਿਹੜੇ ਗੁਰੂ ਸਾਹਿਬ ਨੇ ਗੁਣ ਬਿਆਨ ਕੀਤੇ ਹਨ ਉਹਦੇ ਅੰਦਰ ਵੀ ਇਹ ਲਫ਼ਜ਼ ਆਂਦਾ ਹੀ ਆਂਦਾ ਹੈ ਕਿ ਉਹ ਅਕਾਲ ਪੁਰਖ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਐਸੇ ਨਿਰਭਉ ਦੇ ਨਾਲ ਤੇਰਾ ਵਾਸਾ ਹੋ ਜਾਏਗਾ, ਉਹਦੇ ਨਾਲ ਤੇਰੀ ਸਾਂਝ ਬਣ ਆਏਗੀ। ਤੇ ਜਿਹਦੇ ਨਾਲ ਸਾਂਝ ਹੋਵੇ ਉਹਦੇ ਗੁਣਾਂ ਦਾ ਪ੍ਰਭਾਵ ਸਾਡੇ ਉੱਪਰ ਜ਼ਰੂਰ ਪੈਂਦਾ ਹੈ। ਜਿਹਦੇ ਨਾਲ ਅਸੀਂ ਨਜ਼ਦੀਕੀ ਰਿਸ਼ਤਾ ਜੋੜਦੇ ਹਾਂ ਉਹਦਾ ਸੁਭਾਅ, ਉਹਦੇ ਗੁਣ ਸਾਡੇ ਅੰਦਰ ਵੀ अपना असर दिखाते हैं। तो जे असी निर्भव के नाल रहिए तो साडे अंदर भी निरभैता का गुण आ जाता है। गुरबाणी की एक पंक्ति भी इस गल वल इशारा करती है कि निर्भव संग तुम्हारे बसते ते डरन कहाँ ते आया। जिस जिहड़ा इंसान उस निर्भव नूं हमेशा अपनी याद विच रखता है, जिहदी सुरत उस निर्भव के नाल जुड़ी रहती है, उहदे जीवन में फिर डर कित्थों आएगा। तो जिसके जीवन में डर नहीं है फिर वो मौत को भी मखौल करता है, उन्होंने भी एक खेड समझता है। तो इसलिए इस श्लोक के अंदर गुरु साहब ने एक रास्ता समझाया है, एक ढंग समझाया है जीवन के अंदर निरभव होकर जीवन का। जो आम दुनिया की सच्चाई है, पहली पंक्ति जो बयान की है कि जन्म जन्म भरमत फिरियो मिटियो ना जम को त्रास। दूसरी पंक्ति के विच प्रेरणादायक गल समझा रहे हैं कि जे तू चाहता है कि जम का त्रास मिट जाए, कि जम का डर खत्म हो जाए, तो मौत के डर तो सानू खलासी मिल जाए, तो तरीका की है। तो नानक हर भज मना निरभै पावै बास। उस हरि का भजन कर, उस हरि के नाम नाम के नाल अपनी सुरत नूं जोड़ लै, अपने मन में उसकी याद नूं टिका लै, तो तेरा वासा भी उस निरभै के नाल ही हो जाएगा। तेरे जीवन के अंदर भी निरभैता आ जाएगी। अगले श्लोक एक होर मनुखी कमजोरी वाल गुरु साहब ध्यान दिवा रहे हैं। जतन बहुत मैं कर रहे हो मिटियो न मन को मान, दुर्मत स्यों नानक फदियो राख ले हो भगवान। ये भी एक ऐसी सच्चाई है कि बंदा जितने मर्जी कोशिश कर लवे वो इस होमे तो, इस अपने हंकार तो छुटकारा पाना सौखा नहीं होता। बहुत करके तो इंसान हंकारी होंदे ही हैं, उन्होंने अपने किए हुए सारे काम चंगे लगते हैं।
ਉਹਨਾਂ ਦੇ ਆਪਣੇ ਅੰਦਰ ਜਿਹੜੇ ਗੁਣ ਹੁੰਦੇ ਹਨ ਉਹ ਉਹਨਾਂ ਨੂੰ ਸਭ ਵਧੀਆ ਲੱਗਦੇ ਹਨ। ਔਗਣ ਆਪਣੇ ਨਜ਼ਰ ਨਹੀਂ ਆਉਂਦੇ, ਦੂਸਰਿਆਂ ਦੇ ਔਗਣ ਜ਼ਿਆਦਾ ਨਜ਼ਰ ਆਉਂਦੇ ਹਨ, ਆਪਣੇ ਗੁਣ ਜ਼ਿਆਦਾ ਨਜ਼ਰ ਆਉਂਦੇ ਹਨ। ਤਾਂ ਇਸ ਲਈ ਹਰ ਇਨਸਾਨ ਆਪਣੇ ਆਪ ਨੂੰ ਸਭ ਤੋਂ ਚੰਗਾ, ਸਭ ਤੋਂ ਸਿਆਣਾ ਸਮਝਦਾ ਹੈ, ਦੂਸਰਿਆਂ ਨੂੰ ਆਪਣੇ ਤੋਂ ਨੀਵਾਂ ਸਮਝਦਾ ਹੈ। यही हंकार जड़ा है इंसान पासों कई बारी गलत काम भी करवा लेंदा है, पर यह है हर इंसान की कमजोरी। कईयां नूं सोझी आ भी जाती है कि भी ये इंसानी कमजोरी है, कि वो अपने वालों कोशिश भी करते हैं कि हंकार तो बच के रहन, पर यह एक ऐसा रोग है जिहड़ा सौखे कीतियां मिटदा नहीं है। तो इस वास्ते किसी पूर्ण पुरख दी, किसी प्रभु के प्यारे दी ही संगत करनी पैंदी है, पूरे गुरु की शरण लैनी पैंदी है, जिहड़ा सही तरीका सही मार्ग दर्शांदा है, तां ही इंसान इस हमें दे उत्ते काबू पा सकता है, इस हंकार तो छुटकारा पा सकता है। तो इस श्लोक दे विच गुरु साहब सानू जाच सिखा रहे हैं कि इस मन दे जो मान है, जो हंकार का जो सुभाव है इहदा, ਉਹਦੇ ਤੋਂ ਜੇ ਛੁਟਕਾਰਾ ਪਾਉਣਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ। तो पहली पंक्ति ਵਿੱਚ जो असल अवस्था है इंसान की, जो आम इंसान की अवस्था है कि जतन बहुत मैं कर रहे हो मिट्यो ना मन को मोह। ये जड़ा इंसान अपने वालों कोशिश भी करता है कि मैं हंकार अपने अंदरों घटा दें, नाश कर दें, वो फिर मुड़ मुड़ के वो हंकार की अवस्था के पहुँच जाता है। कई बारी कुछ समय वास्ते वो अपने आप नूं इस परहेज करके अपने आप नूं बचा भी लेंदा है, पर फिर ये ऐसा चलाक विकार है कि सूक्ष्म रूप दे विच साडे अंदर इस तरीके नाल भी प्रवेश कर जाता है कि मैं तो हंकार ते काबू पा ही लिया है। तो जिथे मैं काबू पा लिया है तो हंकार नूं एक न्योता मिल गया, वो फिर अपनी जगह बना लैंदा है। जदों बंदा ये सोचण लग पैंदा है कि मैं तो अपने आप नूं विकारां तो बचा के रखदा हां, मैं माड़े काम नहीं करता, मैं दान पुण्य करता हाँ, मैं पाठ पूजा करता हाँ, मैं धर्म के कर्म करता हाँ, बस जिथे मैं करता हाँ उत्थे मान नूं टिकाणा मिल जाता है, हंकार नूं टिकाणा मिल जाता है। तो इसलिए बाकी विकारां दे उत्ते जिहड़े इंसान काबू पा भी लैंदे हन, हंकार तो मात खा जाते हैं। तो इसलिए इसे हालात नूं गुरु साहब इस श्लोक विच बयान कर रहे हैं कि जतन बहुत मैं कर रहे हो, बहुत जतन बहुत कोशिशां कीतियां हन, मिटियो ना मन को मान, ये मान मेरा मिटदा नहीं है। एक होर जगह भी गुरु साहब कहते हैं कि मान जिहड़ा है वो ਵੱਡੇ ਵੱਡੇ ऋषि मुनि ਜਿਹੜੇ ਹਨ ਉਹਨਾਂ ਕੋਲੋਂ भी काबू 'ਚ नहीं आंदा। जिस तरह कबीर जी कहते हैं कि कबीर माया तजी तो क्या पया, जो मान तजया नहीं जाए, मान मुनि मुनिवर गले मान सबे को खाए। तो ये तकरीबन सारी दुनिया के सब जीवां के उत्ते ही ये बीमारी अपना असर करती है। तो इस करके बचना जिहड़ा है इन्ना सौखा नहीं है। जे असी ਇਹਦੇ ਵਿੱਚ फेल होए हाँ तो ये कोई अनहोनी गल नहीं है, बहुतात लोगों की हालत यही होंगी है। तो इसे अवस्था ਨੂੰ गुरु साहब ने अपने लफ्ज़ों 'ਚ इस तरह बयान किया है, भावें फर्स्ट परसन की उन्होंने इस्तेमाल करके गल आखी है कि जतन बहुत मैं कर रहे हो मिटियो ना मन को मान। तो ढंग तरीका की है वो गुरु साहब साढ़े वास्ते प्रेरणादायक गल अगली पंक्ति समझा रहे हैं कि दुर्मत स्यों नानक फदियो। हे नानक मैं तो दुर्मत दे विच भैड़ी मत नाल फसिया होया हाँ, मेरी मत भैड़ी है, उसे करके ही मैं इस मान दे और होर विकारां दे विच फसिया होया हाँ। ते मेरे वास्ते इक्को एक ढंग है कि मैं प्रभु दे अगे ढह पवां, ਉਹਦੀ शरण विच आवां ते ਉਹਦੇ ਅੱਗੇ ਬੇਨਤੀ ਕਰਾਂ कि हे भगवान, हे प्रभु, हे अकाल पुरख मैनू मेरी रखिया करो, मैनू बचा लो, इन्हां विकारां तो मैनू बचा लो। तो एक प्रेरणा कर रहे हैं गुरु साहब कि जिस जिस बीमारी तो बहुते लोकी मान मुनि मुनिवर गले मान सबे को खाए, तो ऐसी बीमारी तो बचन दे वास्ते ਉਹਦੇ ਅੱਗੇ ही बेनती करनी बनती है, जिहदी पैदा की हुई ये बीमारी है। ये विकार उस प्रभु दे ही बनाए हुए हैं, ये माया का जाल भी ਉਹਦਾ ही पसरिया होया है। तो सृष्टि रचना भी प्रभु दी है, जीवां नूं पैदा भी उसे ने कीता है, जगत विच माया का पसारा भी उस प्रभु का ही बनाया होया है, ये खेड उसे दी रची हुई है। ये
अनेकों बारी ये सृष्टि बनती है, एक्सपैंड करती है, फिर सिमट जाती है। ये सारी खेड बनाने वाला वो अकाल पुरख आप है। तो ये विकारां दी जो खेड है, ये भी उसे दी ही बनाई हुई है। तो ਜਿਹੜਾ ਇਹਨਾਂ ਵਿਕਾਰਾਂ ਦਾ ਕੰਟਰੋਲਰ ਹੈ, ਇਹਨਾਂ ਵਿਕਾਰਾਂ ਨੂੰ ਬਣਾਉਣ ਵਾਲਾ ਵੀ ਉਹੀ ਹੈ, ਨਾਸ਼ ਵੀ ਉਹੀ ਕਰ ਸਕਦਾ ਹੈ। ਉਹਦੇ ਅੱਗੇ ਹੀ ਉਹਦੀ ਸ਼ਰਨ ਵਿੱਚ ਪੈ ਕੇ ਹੀ ਬੇਨਤੀ ਕਰੋ ਕਿ ਹੇ ਪ੍ਰਭੂ ਜੀਓ, ਅਸੀਂ ਤਾਂ ਭੈੜੀ ਮੱਤ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ ਫਸ ਚੁੱਕੇ ਹਾਂ, ਸਾਡੀ ਰੱਖਿਆ ਕਰੋ, ਤੇਰੀ ਸ਼ਰਨ ਵਿੱਚ ਆਏ ਹਾਂ। ਸੋ ਦੁਰਮਤ ਸਿਓ ਨਾਨਕ ਫਦਿਓ, ਫਦਿਓ ਤੋਂ ਭਾਵ ਇਹ ਹੈ ਫਸੇ ਹੋਏ ਹਾਂ, ਫਸ ਗਏ ਹਾਂ। ਰਾਖ ਲਿਓ ਭਗਵਾਨ, हे ਭਗਵਾਨ ਸਾਡੀ ਰੱਖਿਆ ਕਰੋ, ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਓ। ਅਗਲੇ ਸ਼ਲੋਕ ਦੇ ਅੰਦਰ ਇੱਕ ਹੋਰ ਮਨੁੱਖ ਜੀਵਨ ਦੀ ਜੋ ਅਵਸਥਾ ਹੈ, ਜੋ ਉਹਦੇ ਅੰਦਰ ਚੇਂਜਸ ਆਉਂਦੇ ਹਨ, ਉਹਨਾਂ ਦੇ ਬਾਰੇ ਗੁਰੂ ਸਾਹਿਬ ਗੱਲ ਕਰ ਰਹੇ ਹਨ ਕਿ ਬਾਲ, ਜਵਾਨੀ और बिरध फुन तीन अवस्था जान, कौ नानक हर भजन बिन बिरथा सब ही मान। तो ये एक ऐसी चीज़ है जिस तो ਅਸੀਂ तकरीबन सारे ही वाकफ हाँ कि इंसान जन्म लैंदा है, शुरुआती तौर ਤੇ ਉਹਦੇ ਵਿੱਚ ਬਾਲਪਨ ਹੁੰਦਾ ਹੈ, ਬਚਪਨ ਹੁੰਦਾ ਹੈ, ਫਿਰ ਉਹ ਭਰ ਜਵਾਨੀ 'ਚ ਆ ਜਾਂਦਾ ਹੈ, ਜਦੋਂ ਉਹਦੀ ਸਾਰੀ ਫੈਕਲਟੀਜ਼ ਪੂਰੇ ਆਪਣੇ ਪੀਕ ਤੇ ਹੁੰਦੀਆਂ ਹਨ, ਸਾਰੇ ਕੰਮ ਬੜੇ ਜ਼ੋਰ ਸ਼ੋਰ ਦੇ ਨਾਲ, ਪੂਰੀ ਸਮਰੱਥਾ ਦੇ ਨਾਲ ਕਰਨ ਦੀ ਉਹਦੇ ਤਾਕਤ ਹੁੰਦੀ ਹੈ। ਫਿਰ ਉਸ ਤੋਂ ਬਾਅਦ ਇਹਦੇ ਅੰਦਰ ਨਿਗਾਰ ਆਉਣਾ ਸ਼ੁਰੂ ਹੋ ਜਾਂਦਾ ਹੈ, ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਔਰ ਬਿਰਧ ਅਵਸਥਾ ਆ ਜਾਂਦੀ ਹੈ, ਜਦੋਂ ਜਵਾਨੀ ਦੇ ਮੁਕਾਬਲੇ ਉਸਦੇ ਅੰਦਰ ਕਾਫੀ ਤੋਂ ਜ਼ਿਆਦਾ ਕਮੀਆਂ ਆ ਜਾਂਦੀਆਂ ਹਨ। ਤੇ ਅੰਤ ਨੂੰ ਫਿਰ ਇਨਸਾਨ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਉਹ ਇੱਥੋਂ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ। तो ये एक अटल सच्चाई है, हर इंसान की जिंदगी ये समय के नाल बदलाव आते हैं। तो उसे ही सच्चाई का बयान गुरु साहब पहले श्लोक की पहली पंक्ति कर रहे हैं कि बाल, जवानी और बिरध फुन, फुन मैंने इस तो बाद, भाव जवानी तो बाद बिरध अवस्था, ये तीनों अवस्था वारी वारी आंदियां ही हैं, बालपन, जवानी और बुढ़ेपा। ये गल हर इंसान जानता ही है, तू भी जान लै कि ये तीन अवस्था हर इंसान के जीवन में आनियां ही हैं। पर जो समझण वाली गल है वो है अगली पंक्ति च गुरु साहब समझा रहे हैं कि कौ नानक हर भजन बिन बिरथा सब ही मान। जे प्रभु का भजन नहीं किया, प्रभु दे नाल सांझ नहीं पाई, उहदे सिफत सलाह दे नाल नहीं जुड़े, उहदे गुनाह दे नाल सांझ नहीं पाई, तो बचपन भी बेकार गया, जवानी भी बेकार गई और बुढ़ेपा भी बेकार, तीनों ही व्यर्थ हैं, बेअर्थ हैं, किसी काम दियां नहीं हैं। जे आए जे ना आए, तो जन्म बिरथा जाए, जिवें कहते हैं सारा जन्म ही बिरथा चले जाता है। तो इत्थे बड़े उन्होंने विस्तार से गुरु साहब ने गल समझा दी है कि जीवन की हर अवस्था ही बेकार है अगर जे हरि का भजन नहीं किया, चाहे वह बालपन का बचपन का समा है, चाहे जवानी का समा है, चाहे बुढ़ेपे का समा है। आम तौर पर दुनियावी लोग की गल करते हैं कि बचपन है जी, अजे तो खेडन मौजा मानन के दिन हैं, खेडन के दिन ने, अजे बच्चे को की समझ है, बड़ा होएगा आपे समझ जाएगा। तो बचपन इंजे ही अजानपुणे ही बीत जाता है। जवानी के जो समझ भी आ जाती है तो फिर इन्हें है हूँ तो जवानी का समा है, यही तो दिन ने मौजा मानन दे, हूँ जो वेले होवांगे ना, समा होएगा, फिर उदों रब नूं याद करांगे, रब का भी उलामा ला देंगे। हले जवानी तक मौजा मानन दे दिन है, तो जवानी भी बीत जाती है, करदियां करदियां पता ही नहीं लगता किहड़े वेले बुढ़ेपा आ जाता है, दबा लैंदा है। ते उदों फिर शरीर के अंग भी साथ घट जाता है, समर्था घट जाती है, कई अंग तो साथ ही छड़ जाते हैं, सुनना बंद हो जाता है, दिसना बंद हो जाता है, गले जो आवाज़ नहीं निकलती, अलग अलग स्टेजिस जाके इहो जिहियां कमजोरियां बंदे के अंदर आ जांदियां, कई तुरने फिरनों ही रह जाते हैं। तो जो शरीर के समर्था ही नहीं रहिंदी, फिर चाह के भी बंदा चाहे तो फिर भजन बंदगी होंदी नहीं है, क्योंकि दिमाग भी कंसनट्रेशन च नहीं कर पाता, एकाग्रता ही नहीं बनती मन की किसी गल नूं। जे कोई पढ़ना चाहता है तो पढ़ना मुश्किल हो जाता है, समझना चाहता है तो समझ नहीं आता, ध्यान बिखर जाता है।
ਜਾਂ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ, ਜਾਂ ਪੜ੍ਹਿਆ ਨੇ ਧੁੰਦਲਾ ਧੁੰਦਲਾ ਨਜ਼ਰ ਆਉਂਦਾ ਹੈ। ਭਾਵ ਸਰੀਰ ਦੀ ਫੈਕਲਟੀ ਸਾਰੀਆਂ ਹੀ ਕਮਜ਼ੋਰ ਹੋ ਜਾਂਦੀਆਂ ਹਨ। ਤੇ ਚਾਹੁੰਦਿਆਂ ਹੋਇਆਂ ਵੀ ਬੰਦਾ ਫਿਰ ਚਾਹਵੇ ਤਾਂ ਉਹ ਭਜਨ ਬੰਦਗੀ ਜਿਹੜੀ ਹੈ ਉਹਦੀ ਸੁਰਤ ਟਿਕਾਣੇ ਨਹੀਂ ਲੱਗਦੀ। ਫਿਰ ਉਦੋਂ ਇੰਜ ਬੰਦਾ ਬੜਾ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦਾ ਹੈ। तो इस करके गुरु साहब कह रहे हैं कि बाल जवानी और बिरधपुन ਇਹ ਤਾਂ ਇਨਸਾਨ ਨੂੰ ਸ਼ੁਰੂ ਤੋਂ ਹੀ ਪਤਾ ਲੱਗ ਜਾਂਦਾ ਹੈ, ਸਮਝਾ ਦਿੱਤਾ ਜਾਂਦਾ ਹੈ, ਈਵਨ ਬਚਪਨ ਵਿੱਚ ਵੀ ਸਮਝਾ ਦਿੱਤਾ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਮੇਂ ਦੇ ਨਾਲ ਇਸ ਤਰ੍ਹਾਂ ਦੇ ਪਲਟਾਵ, ਇਸ ਤਰ੍ਹਾਂ ਦੀ ਤਬਦੀਲੀਆਂ ਆਉਣੀਆਂ ਹਨ। ਬਚਪਨ ਵੀ ਹੈ, ਜਵਾਨੀ ਵੀ ਆਣੀ ਹੈ, ਬੁਢੇਪਾ ਵੀ ਆਣਾ ਹੈ। ਇਹ ਤਿੰਨੋਂ ਅਵਸਥਾ ਜ਼ਿੰਦਗੀ ਵਿੱਚ ਆਣੀਆਂ ਹੀ ਹਨ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਪ੍ਰਭੂ ਦੇ ਨਾਲ ਸਾਂਝ ਨਹੀਂ ਪਾਈ, ਜੇ ਸੁਰਤ ਨੂੰ ਉਸ ਦੇ ਨਾਮ ਦੇ ਨਾਲ ਨਹੀਂ ਜੋੜਿਆ, ਤੇ ਤਿੰਨੋਂ ਹੀ ਅਵਸਥਾ ਵਿਅਰਥ ਚਲੀਆਂ ਜਾਂਦੀਆਂ ਹਨ, ਬੇਕਾਰ ਚਲੀਆਂ ਜਾਂਦੀਆਂ ਹਨ। ਫਿਰ ਇਨਸਾਨ ਨੂੰ ਇਉਂ ਹੀ ਲੱਗਦਾ ਹੈ ਕਿ ਮਨੁੱਖਾ ਜਨਮ ਤਾਂ ਅਜਾਈ ਗਵਾ ਲਿਆ। ਅਗਲਾ ਸ਼ਲੋਕ ਜੋ ਹੈ ਸ਼ਲੋਕ ਨੰਬਰ 36, ਉਹਦੇ ਵਿੱਚ ਵੀ ਇਸੇ ਹੀ ਗੱਲ ਨੂੰ ਇੱਕ ਤਰੀਕ ਦੂਜੇ ਲਫ਼ਜ਼ਾਂ ਦੇ ਅੰਦਰ ਫਿਰ ਦ੍ਰਿੜ ਕਰਵਾਇਆ ਹੈ ਕਿ ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਇਹ ਹਰ ਇਨਸਾਨ ਦੀ ਬੜੀ ਹਾਸੋਹੀਣੀ ਜੀ ਅਵਸਥਾ ਹੈ, ਜਿਹਦਾ ਬਿਆਨ ਗੁਰੂ ਸਾਹਿਬ ਇਸ ਸ਼ਲੋਕ ਵਿੱਚ ਕਰ ਰਹੇ ਹਨ। ਇਹ ਜਦੋਂ ਇਨਸਾਨ ਨੂੰ ਸੋਝੀ ਮਿਲ ਵੀ ਜਾਂਦੀ ਹੈ ਕਿ ਭਈ ਉਸਦਾ ਜਨਮ ਕਿਸ ਮਕਸਦ ਵਾਸਤੇ ਮਿਲਿਆ ਹੈ, ਉਹਨੂੰ ਕੀ ਕੰਮ ਕਰਨੇ ਚਾਹੀਦੇ ਹਨ, ਆਪਣੇ ਸਮੇਂ ਦਾ ਕੀ ਇਸਤੇਮਾਲ ਕਰਨਾ ਚਾਹੀਦਾ ਹੈ, ਪਰ ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਬੰਦਾ ਉਹ ਕੰਮ ਨਹੀਂ ਕਰਦਾ। ਕਰਨੋ ਹੁਤੋ, ਜੋ ਕਰਨ ਵਾਲਾ ਕੰਮ ਸੀ, ਜੋ ਕਰਨਾ ਚਾਹੀਦਾ ਸੀ, ਸੋ ਨਾ ਕੀਓ, ਉਹ ਕੰਮ ਨਹੀਂ ਕਰਦਾ, ਉਹ ਨਹੀਂ ਕੀਤਾ। ਜੋ ਕਰਨਾ ਸੀ ਕੰਮ, ਉਹ ਕੰਮ ਨਹੀਂ ਕੀਤਾ। ਤੇ ਹੋਇਆ ਕਿ ਪਰਿਓ ਲੋਭ ਕੈ ਫੰਦ, ਲੋਭ ਦੀ ਫਾਹੀ ਦੇ ਵਿੱਚ ਪੈ ਗਿਆ। ਇਹ ਵੀ ਹੁਣ ਇਸ ਮਾਇਆ ਦੇ ਜਾਲ, ਇਹਨਾਂ ਵਿਕਾਰਾਂ ਦੇ ਵਿੱਚੋਂ ਇੱਕ ਬੜਾ ਪ੍ਰਬਲ ਵਿਕਾਰ ਹੈ, ਜੋ ਆਮ ਤੌਰ ਦੇ ਉੱਤੇ ਜਵਾਨੀ ਦੀ ਅਵਸਥਾ, ਬਚਪਨ ਵਿੱਚ ਵੀ ਹੁੰਦਾ ਹੈ। ਬਚਪਨ ਵਿੱਚ ਬੱਚਿਆਂ ਨੂੰ ਵੀ ਲੋਭ ਜਿਹੜਾ ਹੈ ਆਪਣੇ ਪ੍ਰਭਾਵ ਹੇਠ ਲੈ ਆਉਂਦਾ ਹੈ, ਪਰ ਜਵਾਨੀ ਦੇ ਵਿੱਚ ਤਾਂ ਇਹ ਹੋਰ ਜ਼ਿਆਦਾ ਫੋਰਸਫੁਲੀ ਅਟੈਕ ਕਰਦਾ ਹੈ। ਤੇ ਫਿਰ ਜਿੰਨੀ ਉਹਦੀ ਸਮਰੱਥਾ ਹੁੰਦੀ ਹੈ, ਜਿੰਨਾ ਸਮਾਂ ਹੁੰਦਾ ਹੈ, ਬੰਦਾ ਵੱਧ ਤੋਂ ਵੱਧ ਹੋਰ ਧਨ ਪਦਾਰਥ, ਸੁਖ ਆਰਾਮ ਦੇ ਸਾਧਨ ਇਕੱਠੇ ਕਰਨ ਦੇ ਵਿੱਚ ਹੀ ਸਾਰਾ ਸਮਾਂ ਲਗਾਈ ਜਾਂਦਾ ਹੈ। ਜੋ ਜੀਵਨ ਦਾ ਅਸਲ ਮਕਸਦ ਹੈ ਉਸਨੂੰ ਬਿਲਕੁਲ ਇਗਨੋਰ ਕਰ ਦਿੰਦਾ ਹੈ, ਇਸ ਲਾਲਚ ਵਿੱਚ ਕਿ ਮੈਂ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਧਨ ਦੌਲਤ ਇਕੱਠੀ ਕਰ ਲਵਾਂ, ਸੁਖ ਦੇ ਸਾਧਨ ਇਕੱਠੇ ਕਰ ਲਵਾਂ, ਫਿਰ ਬਹਿ ਕੇ ਆਰਾਮ ਨਾਲ ਫਿਰ ਸੋਚਾਂਗੇ ਕੀ ਕਰਨਾ ਹੈ, ਫਿਰ ਆਰਾਮ ਕਰਾਂਗੇ। ਉਹ ਫੇਰ ਵਾਲਾ ਸਮਾਂ ਨਾ ਫਿਰ ਆਉਂਦਾ ਹੀ ਨਹੀਂ ਹੈ। ਇਸ ਐਸੇ ਗੱਡੀ ਗੇੜੇ ਵਿੱਚ ਐਸੇ ਚੱਕਰ 'ਚ ਫਸ ਜਾਂਦਾ ਇਨਸਾਨ। ਇਹ ਹੈ ਹੀ ਫਾਈ ਹੈ, ਫਾਈ ਐਸੀ ਹੈ ਜਿਸ 'ਚ ਫਸ ਕੇ ਬੰਦਾ ਨਿਕਲ ਨਹੀਂ ਸਕਦਾ। तो इसलिए गुरु साहब ने लफ्ज शब्दावली वरती है कि भरियो लोभ कै फंद, उस फंदे च फस गया। इस फंदे विचों फसिया होया बंदा निकल नहीं सकता जब तक कोई होर बाहरला बंदा ओदियां गंढां ना खोले। तो ये हर इंसान की कहानी है, करनो हो तो सुना किया, जो काम करने वाला सी वो नहीं कीता कि ਲੋਭ ਦੀ ਫਾਹੀ ਦੇ ਵਿੱਚ ਫਸ ਗਿਆ, ਪੈ ਗਿਆ ਉਸ ਲੋਭ ਦੀ ਫਾਹੀ ਵਿੱਚ, ਜਾਣ ਕੇ ਬੁੱਝਦੇ ਹੋਏ। ਇਹ ਨਹੀਂ ਹੈ ਕਿ ਬਈ ਇਨਸਾਨ ਨੂੰ ਪਤਾ ਨਹੀਂ ਹੁੰਦਾ, ਦਿਮਾਗੀ ਤੌਰ ਦੇ ਉੱਤੇ, ਇੰਟੈਲੈਕਚੁਅਲ ਲੈਵਲ ਦੇ ਉੱਤੇ ਹਰ ਇੱਕ ਨੂੰ ਸਮਝ ਹੁੰਦੀ ਹੈ ਕਿ ਬਈ ਇਹ ਨਜਾਇਜ਼ ਕੰਮ ਹੈ, ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅੰਤ ਨੂੰ ਇਹਦੇ ਵਿੱਚੋਂ ਕੁਝ ਕੰਮ ਨਹੀਂ ਆਉਣਾ, ਸਭ ਜਾਣਦੇ ਹਨ। ਖਾਸ ਤੌਰ ਤੇ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਹੈ, ਸ਼ਮਸ਼ਾਨ ਘਾਟ ਜਾਂਦੇ ਹਨ ਜਾਂ ਕਿਸੇ ਦੇ ਭੋਗ ਤੇ ਜਾਂਦੇ ਹਨ, ਤਾਂ ਥੋੜੇ ਜਿਹੇ ਸਮੇਂ ਵਾਸਤੇ ਹਰ ਇੱਕ ਨੂੰ ਅਹਿਸਾਸ ਹੁੰਦਾ ਹੈ ਕੌਣ ਜੀ ਨਾਲ ਕੋਈ ਲੈ ਕੇ ਗਿਆ ਹੈ, ਸਭ ਕੁਝ ਇੱਥੇ ਹੀ ਪਿਆ ਰਹਿ ਜਾਣਾ ਹੈ, ਇਹ ਜ਼ਮੀਨ ਜਾਇਦਾਦ, ਇਹ ਧਨ ਦੌਲਤ ਸਭ ਕੁਝ ਇੱਥੇ ਹੀ ਰਹਿ ਜਾਣੀ ਹੈ। ਉਹ ਇਹੋ ਜਿਹੀਆਂ ਗੱਲਾਂ ਥੋੜੇ ਮਿੰਟਾਂ ਵਾਸਤੇ ਦਿਮਾਗ 'ਚ ਆਉਂਦੀਆਂ ਨੇ, ਪਰ ਉੱਥੋਂ ਜਿਵੇਂ ਤੁਰਦੇ ਨੇ, ਹੱਥ ਧੋਂਦੇ ਨੇ ਤੇ ਨਾਲ ਹੀ ਵਿਚਾਰ ਵੀ ਧੋਤੇ ਜਾਂਦੇ ਨੇ, ਤੇ ਬਸ ਫਿਰ ਮੁੜ ਕੇ ਆਪਣੇ ਪੁਰਾਣੇ ਚੱਕਰ ਦੇ ਵਿੱਚ, ਉਹ ਲੋਭ ਦੇ ਫੰਦ ਦੇ ਵਿੱਚ ਫਿਰ ਮੁੜ ਕੇ ਫਸ ਜਾਂਦੇ ਨੇ। तो इस सच्चाई ਨੂੰ ਗੁਰੂ ਸਾਹਿਬ ਇਸ ਸ਼ਲੋਕ ਵਿੱਚ ਬਿਆਨ ਕਰ ਰਹੇ ਹਨ ਕਿ ਕਰਨੋ ਹੋ ਤੋ ਸੁਨਾ ਕੀਓ, ਜੋ ਕਰਨ ਵਾਲਾ ਕੰਮ ਸੀਗਾ ਉਹ ਨਹੀਂ ਕੀਤਾ। ਕਿਹੜਾ ਕੰਮ ਸੀਗਾ ਇਹ ਹਰ ਇਨਸਾਨ ਨੂੰ ਪਤਾ ਹੈ। ਇਹਨਾਂ ਸ਼ਲੋਕਾਂ ਦੇ ਵਿੱਚ ਪਹਿਲਾਂ ਵੀ ਇਸ ਬਾਰੇ ਇਸ਼ਾਰੇ ਆ ਚੁੱਕੇ ਹਨ, ਔਰ ਬਹੁਤੇ ਸ਼ਲੋਕਾਂ ਦੇ ਵਿੱਚ
ਆ ਹੀ ਚੁੱਕੇ ਹਨ। ਪਿਛਲੇ ਸ਼ਲੋਕ ਵਿੱਚ ਵੀ ਆਏ ਹਨ ਕਿ ਬਿਨ ਹਰ ਭਜਨ ਬਿਰਥਾ ਸਭ ਹੀ ਮਾਨ। ਤਿੰਨੋਂ ਅਵਸਥਾਵਾਂ, ਜਨਮ ਤੋਂ ਲੈ ਕੇ ਬਚਪਨ, ਜਵਾਨੀ ਅਤੇ ਬੁਢੇਪਾ, ਜ਼ਿੰਦਗੀ ਦੇ ਤਿੰਨੋਂ ਸਟੇजेस ਬੇਅਰਥ ਹਨ ਜੇ ਹਰੀ ਦਾ ਭਜਨ ਨਹੀਂ ਕੀਤਾ। तो ਕਰਨ ਵਾਲਾ ਕੰਮ ਤਾਂ ਸੀ ਹਰੀ ਦਾ ਭਜਨ, ਪ੍ਰਭੂ ਦੇ ਨਾਲ ਗੁਨਾਹ ਦੀ ਸਾਂਝ ਪਾਣੀ, ਪ੍ਰਭੂ ਦੇ ਗੁਨਾਹ ਨੂੰ ਆਪਣੇ ਅੰਦਰ ਟਿਕਾਣਾ, ਉਹਦੀ ਸਿਫਤ ਸਲਾਹ ਦੇ ਨਾਲ ਜੁੜਨਾ, ਇਹ ਕਰਨ ਵਾਲਾ ਕੰਮ ਸੀ। ਉਹ ਤੇ ਨਾ ਕੀਤਾ, ਪਰ ਲੋਭ ਦੇ ਵਸ ਹੋ ਕੇ ਮਾਇਆ ਦੇ ਚੱਕਰ ਵਿੱਚ ਵੀ ਫਸਿਆ ਰਹਿ ਗਿਆ। ਤੇ ਫਿਰ ਹੋਇਆ ਕਿ ਨਾਨਕ ਸਮਿਓਂ ਰਮ ਗਏ, ਸਮਾਂ ਰਮ ਗਿਆ, ਬਤੀਤ ਹੋ ਗਿਆ, ਮੁੱਕ ਗਿਆ ਸਮਾਂ। ਰਮ ਲਫ਼ਜ਼ ਜਿਹੜਾ ਹੈ ਉਹਦਾ ਵੈਸੇ ਉਹਦਾ ਜੋ ਆਖਰੀ ਅਰਥ ਹੈ ਉਹ ਹੁੰਦਾ ਹੈ ਵਿਆਪਕ ਹੋਣਾ। ਜਿਵੇਂ ਰਾਮ ਲਫ਼ਜ਼ ਜਿਹੜਾ ਹੈ ਉਹਨੂੰ, ਉਹਦੇ ਬਾਰੇ ਵੀ ਅਸੀਂ ਕਹਿੰਦੇ ਹਾਂ ਉਹ ਰਾਮ ਜੋ ਸਭ ਥਾਈਂ ਰਮਿਆ ਹੋਇਆ ਹੈ, ਸਭ ਜਗ੍ਹਾ ਤੇ ਫੈਲਿਆ ਹੋਇਆ ਹੈ, ਸਭ ਜਗ੍ਹਾ ਤੇ ਮੌਜੂਦ ਹੈ, ਜੋ ਸਭ ਜਗ੍ਹਾ ਰਮਿਆ ਹੋਇਆ ਹੈ ਉਹ ਰਾਮ ਹੈ। और अगले श्लोक के अंदर भी रम लफज इसे ही अर्थ के अंदर इस्तेमाल किया गया है कि मन माया में रम रहे, तो ਉਹਦੇ ਅੰਦਰ ਰਮਿਆ ਹੋਇਆ ਹੈ, ਉਹਦੇ ਵਿੱਚ ਹੈ। ਪਰ ਇੱਥੇ ਸਮਿਓ ਰਮ ਗਿਓ ਕਿਹਾ ਹੈ। ਜਦ ਸਮਾਂ ਰਮ ਗਿਆ ਦਾ ਮਤਲਬ ਕੀ ਹੈ ਕਿ ਸਮਾਂ ਜ਼ਿੰਦਗੀ ਦੇ ਵਿੱਚ ਘੁਲਦਾ ਘੁਲਦਾ ਘੁਲ ਗਿਆ, ਖਤਮ ਹੋ ਗਿਆ, ਨਿਕਲਦਾ ਜਾ ਰਿਹਾ ਹੈ। ਸਮਾਂ ਸਾਡੇ ਜੀਵਨ ਦੇ ਵਿੱਚ ਆਉਂਦਾ ਜਾਂਦਾ ਹੈ, ਆਈ ਜਾ ਰਿਹਾ ਹੈ ਔਰ ਨਿਕਲੀ ਜਾ ਰਿਹਾ ਹੈ, ਮਾਨੋ ਸਾਡੇ ਜੀਵਨ ਦੇ ਵਿੱਚੋਂ ਗੁਜ਼ਰੀ ਜਾ ਰਿਹਾ ਹੈ। ਉਹ ਸਮਾਂ ਰਮ ਗਿਆ ਹੈ। ਉਹ ਸਮਾਂ ਇਸ ਤਰੀਕੇ ਦੇ ਨਾਲ ਬਤੀਤ ਹੋ ਜਾਂਦਾ ਹੈ ਕਿ ਹਰ ਪਲ ਜੋ ਸਾਡਾ ਜ਼ਿੰਦਗੀ ਦਾ ਸਾਨੂੰ ਮਿਲਦਾ ਹੈ ਉਹ ਅਗਲੇ ਪਲ ਵਿੱਚ ਸਾਡਾ ਪਾਸਟ ਬਣ ਜਾਂਦਾ ਹੈ ਤੇ ਫਿਊਚਰ ਦਾ ਅਗਲਾ ਪਲ ਸਾਨੂੰ ਉਡੀਕ ਰਿਹਾ ਹੁੰਦਾ ਹੈ। ਔਰ ਸਮਾਂ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਬਣ ਕੇ ਸਾਡੇ ਜੀਵਨ ਵਿੱਚ ਆਉਂਦਾ ਹੈ ਔਰ ਨਿਕਲਦਾ ਜਾ ਰਿਹਾ ਹੈ ਔਰ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਜੀਵਨ ਦਾ ਅੰਤ ਸਾਹਮਣੇ ਆ ਜਾਂਦਾ ਹੈ। ਫਿਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਕਿ ਇਹ ਤਾਂ ਗੱਲ ਹੀ ਗਈ, ਸਮਾਂ ਹੀ ਖਤਮ ਹੋ ਗਿਆ, ਹੁਣ ਤਾਂ ਮੈਂ ਕੁਝ ਕਰਨ ਜੋਗਾ ਹੀ ਨਹੀਂ ਰਿਹਾ। ਤਾਂ ਉਸ ਅਵਸਥਾ ਦਾ ਬਿਆਨ ਕਰਦਿਆਂ ਹੋਇਆ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਸਮਿਓਂ ਰਮ ਗਏ, ਸਮਾਂ ਤਾਂ ਰਮ ਗਿਆ, ਬਤੀਤ ਹੋ ਗਿਆ, ਮੁੱਕ ਗਿਆ, ਖਚਤ ਹੋ ਗਿਆ, ਸਾਰੇ ਦਾ ਸਾਰਾ ਹੀ ਮੁੱਕ ਗਿਆ। ਅਬ ਕਿਉਂ ਰੋਵਤ ਅੰਧ, ਇਹ ਅੰਧੇ ਇਨਸਾਨ। ਇਹ ਅੰਧਾ ਕਿਸ ਤਰ੍ਹਾਂ ਕਿਹਾ ਗਿਆ ਹੈ? ਗਿਆਨ ਵੱਲੋਂ ਅੰਧਾ, ਆਪਣੀ ਜ਼ਿੰਮੇਵਾਰੀ ਦੀ ਪਛਾਣ ਵੱਲੋਂ ਅੰਧਾ, ਆਪਣੇ ਫਰਜ਼ ਦੀ ਪਛਾਣ ਵੱਲੋਂ ਅੰਧਾ ਇਨਸਾਨ ਹੁਣ ਕਿਉਂ ਰੋਂਦਾ ਹੈ? ਆਮ ਇਨਸਾਨ ਦੀ ਇਹ ਫਿਤਰਤ ਹੈ ਕਿ ਜਦੋਂ ਸਮਾਂ ਹੁੰਦਾ ਹੈ, ਜਦੋਂ ਪੋਸਿਬਿਲਿਟੀ ਹੁੰਦੀ ਹੈ, ਉਦੋਂ ਉਹ ਉਸ ਨੂੰ ਇਗਨੋਰ ਕਰਦਾ ਹੈ, ਆਪਣੇ ਫਰਜ਼ ਨੂੰ ਪਛਾਣਦਾ ਨਹੀਂ ਹੈ। ਲੋਭ ਦੇ ਬੇਬਸ ਹੋ ਕੇ, ਸਵਾਦਾਂ ਦੇ ਵਿੱਚ ਖਚਤ ਹੋ ਕੇ, ਮਾਇਆ ਦੇ ਪ੍ਰਭਾਵ ਦੇ ਅਧੀਨ ਆ ਕੇ ਬੰਦਾ ਅਸਲੀਅਤ ਨੂੰ ਇਗਨੋਰ, ਕੋਈ ਨਹੀਂ ਦੇਖ ਲਾਂਗੇ, ਫਿਰ ਕਰ ਲਾਂਗੇ, ਕੋਈ ਨਹੀਂ ਅਜੇ ਕਾਦੀ ਕਾਲੀ ਹੈ, ਬੜਾ ਸਮਾਂ ਪਿਆ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਸਮਾਂ ਜਿਵੇਂ ਆਖਰੀ ਘੰਟੀ ਵੱਜ ਜਾਂਦੀ ਹੈ, ਫਿਰ ਬੰਦੇ ਨੂੰ ਰੋਣਾ ਆਉਂਦਾ, ਲੈ ਉਹ ਹੁਣ ਤੇ ਮੈਂ ਕਰਨ ਜੋਗਾ ਹੀ ਨਹੀਂ ਰਿਹਾ, ਇਹ ਤੇ ਕੰਮ ਮੁੱਕ ਗਿਆ, ਹੁਣ ਕੀ ਕੀਤਾ ਜਾਏ। ਤਾਂ ਉਸ ਅਵਸਥਾ ਦਾ ਗੁਰੂ ਸਾਹਿਬ ਜ਼ਿਕਰ ਕਰਦਿਆਂ ਹੋਇਆ ਸਾਡੇ ਵਾਸਤੇ ਇੱਕ ਚੇਤਾਵਨੀ ਦੇ ਰਹੇ ਹਨ ਕਿ ਜਿੰਨਾ ਵੀ ਸਮਾਂ ਬਚਿਆ ਹੈ ਅਜੇ ਵੀ ਉਹਦੀ ਸੰਭਾਲ ਕਰ ਲਓ। ਇਹ ਨਾ ਹੋਵੇ ਕਿ ਫਿਰ ਤੁਹਾਨੂੰ ਵੀ ਪਛਤਾਣਾ ਪਵੇ, ਰੋਣਾ ਪਵੇ ਕਿ ਸਮਾਂ ਤਾਂ ਮੁੱਕ ਗਿਆ ਹੈ। ਸੋ ਇਸ ਸ਼ਲੋਕ ਦੇ ਅੰਦਰ ਸਖਤ ਚੇਤਾਵਨੀ ਕੀਤੀ ਗਈ ਹੈ ਆਮ ਇਨਸਾਨ ਦੀ ਅਵਸਥਾ ਬਿਆਨ ਕਰਕੇ ਕਿ ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੇ ਫੰਦ। ਇਹ ਹਰ ਦੁਨੀਆਦਾਰ ਦੀ, ਹਰ ਇਨਸਾਨ ਦੀ ਅਵਸਥਾ ਹੈ ਕਿ ਜੋ ਕਰਨ ਵਾਲਾ ਕੰਮ ਹੈ, ਜੋ ਜੀਵਨ ਦਾ ਅਸਲ ਮਕਸਦ ਹੈ, ਜੋ ਜੀਵਨ ਦਾ ਮਨੋਰਥ ਹੈ, ਪ੍ਰਭੂ ਦੀ ਬੰਦਗੀ ਦਾ, ਹਰੀ ਦੇ ਭਜਨ ਦਾ, ਉਹ ਕੰਮ ਤਾਂ ਉਹ ਨਹੀਂ ਕਰਦਾ ਹੈ, ਬਲਕਿ ਲੋਭ ਵਸ ਹੋ ਕੇ ਹੋਰ ਚੱਕਰਾਂ ਦੇ ਵਿੱਚ ਪੈ ਕੇ ਜ਼ਿੰਦਗੀ ਦਾ ਸਾਰਾ ਸਮਾਂ ਮਾਇਆ ਪਦਾਰਥਾਂ ਦੀ ਦੌੜ ਦੇ ਵਿੱਚ ਹੀ ਖਤਮ ਕਰ ਦਿੰਦਾ ਹੈ। ਉਹ ਸਮਾਂ ਤਾਂ ਬੀਤਦਾ ਜਾਂਦਾ ਹੈ, ਸਮਾਂ ਤਾਂ ਰੁਕਦਾ ਨਹੀਂ ਹੈ। ਸਮਿਓ ਰਮ ਗਏ, ਸਮਾਂ ਬਤੀਤ ਹੋ ਗਿਆ ਤੇ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਕਿ ਜਦੋਂ ਉਹ ਜਿਹੜਾ ਚੀਜ਼ਾਂ ਦੇ ਵਾਸਤੇ ਸਮਾਂ ਬਿਤਾਇਆ ਸੀ ਉਹਨਾਂ ਵਿੱਚੋਂ ਹੁਣ ਕੋਈ ਸਾਥ ਦੇਣ ਜੋਗਾ ਵੀ ਨਹੀਂ ਹੈ। ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਹੁਣ ਇਹ ਸਭ ਤੋਂ ਵੱਡਾ ਦੁੱਖ ਤਾਂ ਇਹੀ ਹੈ ਕਿ ਜ਼ਿੰਦਗੀ ਦਾ ਸਮਾਂ ਮੁੱਕ ਗਿਆ ਹੈ ਤੇ ਉਸ ਵੇਲੇ ਤਾਂ ਕੋਈ ਵੀ ਸੰਗੀ ਨਹੀਂ ਹੈ, ਕੋਈ ਸੰਗ ਨਹੀਂ ਆਉਂਦਾ। ਉਹ ਇਸ ਲਈ ਗੁਰੂ ਸਾਹਿਬ ਨੇ ਉਸ ਸ਼ਲੋਕ ਦੇ ਵਿੱਚ ਵੀ ਇਹੋ ਗੱਲ ਕੀਤੀ ਸੀ ਕਿ ਹਰ ਭਜ ਮਨਾ ਅੰਤ ਸਹਾਈ। ਉਹ ਕੇਵਲ ਉਹੀ ਅੰਤ ਨੂੰ ਸਹਾਈ ਹੁੰਦਾ ਹੈ ਜੋ ਜੀਵਨ ਦਾ ਅਸਲ ਮਕਸਦ ਸੀਗਾ। ਜੇ ਉਹ ਪਹਿਚਾਨ ਕਰ ਲਈ ਹੁੰਦੀ, ਜੋ ਕਰਨੋਂ ਹੁਤੋਂ ਵਾਲਾ ਕੰਮ ਕਰ ਲਿਆ ਹੁੰਦਾ ਤਾਂ ਉਹਨੇ ਤਾਂ ਸਹਾਈ ਹੋਣਾ ਹੀ ਹੋਣਾ ਸੀਗਾ।
ਤੇ ਹੁਣ ਕਿਉਂਕਿ ਉਸ ਚੀਜ਼ ਨੂੰ ਇਗਨੋਰ ਕੀਤੀ ਰੱਖਿਆ ਹੈ ਤੇ ਹੁਣ ਕੇਵਲ ਰੋਣਾ ਹੀ ਪੱਲੇ, ਪਛਤਾਵਾ ਹੀ ਪੱਲੇ ਪੈਂਦਾ ਹੈ। तो उस हालात विच ना फसीए, साडे वास्ते ये चेतावनी है। करनो हुतो सो ना कियो, पर्यो लोभ कै फंद, नानक समयो रम गयो, अब क्यों रोवत हो, हुण क्यों रो रहे हो? ये यूजलेस है, मीनिंगलेस है। ये रोना किसी अर्थ नहीं है, किसी काम नहीं आएगा, ये करन दे नाल कुछ चेंज नहीं होएगा। ये वही है जिवें आम असीं मुहावरा सुनिया होया है, अब पछताए होत गया जब चिड़िया चुग गई खेत। चिड़िया तो खेत चुग गई ने, समा अपना बीत गया है, तो हुण रोन नाल कुछ नहीं बनेगा। तो जिन्हां दा समा अजे बाकी है, उन्हां वास्ते एक वार्निंग है कि बाकी बचे समय की भी संभाल कर लो, जो करनो हुतो वाला काम है वो कर लवो, ताकि बाकी का समय जड़ा है वो अजाई ना रम जाए, अजाई ना चला जाए, ताकि पछताना ना पवे, रोना ना पवे। तो यही इस श्लोक का संदेश है। तो इत्थे ही अज दे विचार की समाप्ति करते हैं जी। होइयां भुल्लां दी खिमा। वाहिगुरू जी का खालसा, वाहिगुरू जी की